मेरे लिए तो रंगमंच ही सब कुछ है। ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਦਾ ਜਾਂ ਚੇਂਜ ਦਾ ਜਿਹੜਾ ਜਜ਼ਬਾ ਭਰਨ ਦਾ ਇੱਕ ਕੰਮ ਇਸ ਥੀਏਟਰ ਨੇ ਵੀ ਕੀਤਾ। ਪੰਜਾਬੀ ਰੰਗਮੰਚ ਆਪਣੇ ਲੋਕਾਂ ਤੋਂ ਕਦੀ ਦੂਰ ਨਹੀਂ ਗਿਆ। ਸਰਕਾਰੀ ਹੁਕੂਮਤ ਚਾਹੇ ਉਹ ਕਿਸੇ ਵੀ ਵਕਤ ਦੀ ਹੋਵੇ ਉਹਦੇ ਆਪੋਜ਼ਿਟ ਬੋਲਣ ਲਈ ਸਭ ਤੋਂ ਵੱਡਾ ਹੌਸਲਾ ਜਿਹੜਾ ਕਰਦਾ ਉਹ ਰੰਗਮੰਚ ਕਰਦਾ। ਲੋਕ ਇਹ ਕਹਿੰਦੇ ਨੇ ਕਿ ਤੂੰ ਖੁਦ ਹੀ ਰੰਗਮੰਚ ਹੋ ਗਿਆ, ਜਿਵੇਂ ਉਹ ਕਹਿੰਦੇ ਰਾਂਝਾ ਰਾਂਝਾ ਕਰਦੀ ਨਹੀਂ ਤੂੰ ਕੱਪੇ ਰਾਂਝਾ ਹੋਈ। ਇਹ ਦੁਨੀਆ ਇੱਕ ਰੰਗਮੰਚ ਹੈ ਤੇ ਅਸੀਂ ਸਾਰੇ ਇਸ ਦੇ ਕਿਰਦਾਰ ਹਾਂ। ਇਹ ਕਹਿਣਾ ਹੈ ਵਿਲੀਅਮ ਸ਼ੇਕਸਪੀਅਰ ਦਾ। ਇਹ 17 ਵਿਲੀਅਮ ਸ਼ੇਕਸਪੀਅਰ ਨੇ ਕਹੀਆਂ ਸੀ ਤੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਵਿਸ਼ਵ ਰੰਗਮੰਚ ਹੈ। 27 ਮਾਰਚ ਨੂੰ ਰੰਗਮੰਚ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾਂਦਾ ਹੈ ਤੇ ਸਾਡੇ ਨਾਲ ਰੰਗਮੰਚ ਦੀਆਂ ਕੁਝ ਸ਼ਖਸੀਅਤਾਂ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਜ਼ਰੂਰੀ ਬਣ ਜਾਂਦਾ ਹੈ ਗੱਲ ਕਰਨਾ ਕਿਉਂਕਿ ਰੰਗਮੰਚ ਇੱਕ ਅਹਿਮ ਹਿੱਸਾ ਹਿੱਸਾ ਹੈ ਸਾਡੀ ਜ਼ਿੰਦਗੀ ਦਾ। ਡਾਕਟਰ ਸਾਹਿਬ ਸਿੰਘ ਥੀਏਟਰ ਦੀ ਉੱਗੀ ਹਸਤੀ, ਰੰਗਮੰਚ ਦੀ ਉੱਗੀ ਹਸਤੀ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਪੰਜਾਬ ਹਰਿਆਣਾ ਹਿਮਾਚਲ। ਸ਼ੁਕਰੀਆ ਜੀ। ਅੱਜ ਰੰਗਮੰਚ ਹੈ, ਜ਼ਿੰਦਗੀ ਦੇ ਬਹੁਤ ਸਾਰੇ ਰੰਗ ਅਸੀਂ ਰੰਗ ਦੇ ਮੰਚ ਦੇ ਉੱਤੇ ਯਾਨੀ ਕਿ ਰੰਗਮੰਚ ਤੇ ਬਿਖੇਰਦੇ ਹਾਂ ਔਰ ਅੱਜ ਇਸ ਦਿਹਾੜੇ ਤੇ ਕੀ ਕਹਿਣਾ ਚਾਹੋਗੇ? ਦੇਖੋ ਮੇਰੇ ਲਈ ਤੇ ਰੰਗਮੰਚ ਹੀ ਸਭ ਕੁਝ ਹੈ। ਮੈਨੂੰ ਹੁਣ ਮਤਲਬ ਲੋਕ ਇਹ ਕਹਿੰਦੇ ਨੇ ਕਿ ਤੂੰ ਖੁਦ ਹੀ ਰੰਗਮੰਚ ਹੋ ਗਿਆ, ਜਿਵੇਂ ਉਹ ਕਹਿੰਦੇ ਰਾਂਝਾ ਰਾਂਝਾ ਕਰਦੀ ਨਹੀਂ ਤੂੰ ਕੱਪੇ ਰਾਂਝਾ ਹੋਈ। ਸੋ ਇਸ ਕਰਕੇ ਮੇਰੇ ਲਈ ਤੇ ਦਿਨ ਬਹੁਤ ਵੱਡਾ ਹੈ ਕਿਉਂਕਿ 1961 ਦੇ ਵਿੱਚ ਇਹ ਵਰਲਡ ਦੇ ਵਿੱਚ ਥੀਏਟਰ ਡੇ ਮਨਾਉਣਾ ਸ਼ੁਰੂ ਹੋਇਆ ਸੀਗਾ। ਵਰਲਡ ਥੀਏਟਰ ਡੇ ਲੋਕੀ ਇਕੱਠੇ ਹੁੰਦੇ ਸੀ, ਪਲੈਜ ਕਰਦੇ ਸੀ, ਓਥ ਲੈਂਦੇ ਸੀ, ਡਿਸਕਸ਼ਨਸ ਕਰਦੇ ਸੀ ਸਾਡੀਆਂ ਕੀ ਅਚੀਵਮੈਂਟਸ ਹੋਈਆਂ, ਕੀ ਪ੍ਰੋਬਲਮਸ ਨੇ, ਕਿੱਦਾਂ ਮੀਟ ਅਪ ਕਰ ਸਕਦੇ ਹਾਂ, ਐਕਟਰਸ ਦੀਆਂ ਕੀ ਪ੍ਰੋਬਲਮਸ ਨੇ, ਸਕ੍ਰਿਪਟਸ ਕਿੱਦਾਂ ਦੀਆਂ ਬਣਨੀਆਂ ਚਾਹੀਦੀਆਂ। ਸੋ 1961 ਤੋਂ ਸਟਾਰਟ ਹੋ ਕੇ ਹੁਣ ਤੱਕ ਲਗਾਤਾਰ ਇਹ ਦਿਨ 27 ਮਾਰਚ ਦਾ ਮਨਾਇਆ ਜਾਂਦਾ ਔਰ ਜਿੱਥੇ ਜਿੱਥੇ ਵੀ ਥੀਏਟਰ ਫਰਟਰਨਿਟੀਜ਼ ਬੈਠੀ ਹੈ ਉੱਥੇ ਲੋਕੀ ਡਿਫਰੈਂਟ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਆ। ਕੋਈ ਸਟਰੀਟ ਪਲੇਸ ਕਰਦੇ ਆ, ਕੋਈ ਵੱਡੇ ਪਲੇਸ ਕਰਦੇ ਆ, ਕੋਈ ਸੈਮੀਨਾਰ ਕਰਦੇ ਆ, ਕੋਈ ਜਸਟ ਇੱਕ ਗੈਟ ਟੂਗੇਦਰ ਕਰਦੇ ਆ ਜਿੱਥੇ ਇਕੱਠੇ ਬੈਠ ਕੇ ਇੱਕ ਦੂਜੇ ਨਾਲ ਸੈਲੀਬ੍ਰੇਟ ਕਰਦੇ ਆ, ਸਜਦੇ ਆ, ਫੱਬਦੇ ਆ। ਸੋ ਹਰ ਜਗ੍ਹਾ ਜਿੱਥੇ ਵੀ ਪੰਜਾਬੀ ਥੀਏਟਰ ਦੇ ਅਸੀਂ ਲੋਕੀ ਬੈਠੇ ਹਾਂ ਲਗਭਗ ਤੁਸੀਂ ਕੱਲ ਦੇਖੋਗੇ ਪੰਜਾਬ ਦੇ ਵਿੱਚ ਹਰ ਖਿੱਤੇ ਦੇ ਵਿੱਚ ਬਹੁਤ ਵੱਡੀ ਸਰਗਰਮੀ ਹੋਏਗੀ। ਜਿਵੇਂ ਇਸ ਵਾਰੀ ਮੈਂ ਇੱਕ ਵੱਖਰਾ ਤਰੀਕਾ ਅਪਣਾਇਆ ਕਿ ਕਿਸੇ ਸ਼ਹਿਰ 'ਚ ਨਾ ਬੈਠ ਕੇ ਕਿਸੇ ਪਿੰਡ 'ਚ ਜਾਇਆ ਜਾਵੇ। ਜਿਵੇਂ ਕਿਸੇ ਲਈ ਵਿਸਾਖੀ ਇੰਪੋਰਟੈਂਟ ਹੈ, ਕਿਸੇ ਲਈ ਹੋਲੀ ਇੰਪੋਰਟੈਂਟ ਹੈ, ਕਿਸੇ ਲਈ ਕੋਈ ਹੋਰ ਡੇ ਇੰਪੋਰਟੈਂਟ ਹੈ, ਸਾਡੇ ਲਈ ਇਹ ਸਾਡਾ ਦਿਨ। ਰੰਗਮੰਚ ਦੇ ਕਲਾਕਾਰਾਂ ਦੇ ਲਈ ਰੰਗਮੰਚ ਦਾ ਦਿਨ ਬਹੁਤ ਇੰਪੋਰਟੈਂਟ ਹੁੰਦਾ ਹੈ। ਵਾਕਿਆ ਹੀ ਪੰਜਾਬੀ ਥੀਏਟਰ ਜਿਹੜਾ ਹੈ, ਪੰਜਾਬੀ ਰੰਗਮੰਚ ਜਿਹੜਾ ਹੈ ਉਸ ਨੂੰ ਉਹ ਮੁਕਾਮ ਮਿਲ ਚੁੱਕਿਆ ਹੈ ਬਾਕੀ ਜਿਹੜੇ ਮੰਚ ਨੇ ਉਹਨਾਂ ਦੇ ਮੁਕਾਬਲੇ ਜੋ ਬਾਕੀ ਰੰਗਮੰਚ ਨੇ। ਮੈਂ ਸਮਝਦਾ ਮੁਕਾਮ ਨਾਲੋਂ ਜ਼ਿਆਦਾ ਖੂਬਸੂਰਤ ਹੁੰਦਾ ਰਾਹ, ਜਿਸ ਰਾਹ ਤੇ ਤੁਸੀਂ ਤੁਰੇ ਹੋਏ ਹੋ। ਮੁਕਾਮ ਤੇ ਤਾਂ ਪਹੁੰਚ ਕੇ ਸ਼ਾਇਦ ਫਿਰ ਸਟੈਗਨੇਸ਼ਨ ਆ ਜਾਂਦੀ ਹੈ। ਸੋ ਪੰਜਾਬੀ ਰੰਗਮੰਚ ਬਹੁਤ ਅੱਛੇ ਸਫ਼ਰ ਤੇ ਹੈ, ਬਹੁਤ ਅੱਛੇ ਰਾਹਾਂ ਤੇ ਚੱਲ ਰਿਹਾ ਹੈ। ਜੋ ਤੁਸੀਂ ਰਾਹਾਂ ਤੇ ਚੱਲ ਰਹੇ ਹੋ ਚੰਗਿਆਂ ਤੇ ਮੁਕਾਮ ਵੀ ਅੱਛਾ ਹੀ ਮਿਲੂਗਾ। ਲੇਕਿਨ ਮੈਂ ਮੁਕਾਮ 'ਚ ਵਿਸ਼ਵਾਸ ਨਹੀਂ ਰੱਖਦਾ ਹੈ ਨਾ। ਮੈਨੂੰ 34 ਸਾਲ ਹੋ ਗਏ ਥੀਏਟਰ ਦੇ ਵਿੱਚ, ਮੈਂ ਉਸ ਰਾਹ ਤੇ ਤੁਰਿਆ ਹੋਇਆ। ਹੁਣ ਮੈਂ ਤੇਜ਼ ਜ਼ਰੂਰ ਹੋਇਆ, ਹੁਣ ਮੈਂ ਦੌੜ ਰਿਹਾ ਉਸ ਰਾਹ ਦੇ ਉੱਤੇ। ਪਹਿਲਾਂ ਹੌਲੀ ਹੌਲੀ ਤੁਰਿਆ ਸੀ ਤੇ ਰੰਗਮੰਚ ਪੰਜਾਬੀ ਨਾ ਤਾਂ ਕਿਸੇ ਹੋਰ ਲੈਂਗੁਏਜ ਦੇ ਰੰਗਮੰਚ ਤੋਂ ਪਿੱਛੇ ਹੈ ਤੇ ਨਾ ਹੀ ਮੈਂ ਕੋਈ ਇਸੇ ਭਰਮ 'ਚ ਹੈ ਕਿ ਬਹੁਤ ਜ਼ਿਆਦਾ ਅੱਗੇ ਹੈ, ਪਰ ਬਹੁਤ ਅੱਛੀ ਸਥਿਤੀ 'ਚ ਹੈ ਕਿ 1913 ਦੇ ਵਿੱਚ ਸਾਡਾ ਰੰਗਮੰਚ ਸ਼ੁਰੂ ਹੁੰਦਾ, ਲਗਭਗ 100 ਸਾਲ ਹੀ ਹੋਇਆ ਸਾਨੂੰ। ਸੋ ਅਸੀਂ ਬਹੁਤ ਵੱਡੀ ਹਿਸਟਰੀ ਨਹੀਂ ਹੈ ਸਾਡੀ ਪੰਜਾਬੀ ਰੰਗਮੰਚ ਦੀ, ਜਿਵੇਂ ਬੰਗਾਲੀ ਰੰਗਮੰਚ ਦੀ, ਮਰਾਠੀ ਰੰਗਮੰਚ ਦੀ ਵੱਡੀ ਹਿਸਟਰੀ ਹੈ, ਜਾਂ ਵਰਲਡ ਦੇ ਵਿੱਚ ਫਰਾਂਸ ਦੀ, ਸਵਿਟਜ਼ਰਲੈਂਡ ਦੀ, ਅਮਰੀਕਾ ਦੀ, ਜਰਮਨ ਦੀ ਵੱਡੀ ਹੈਗੀ। ਪਰ ਇਹਨਾਂ 100 ਸਾਲਾਂ 'ਚ ਵੀ ਅਸੀਂ ਬਹੁਤ ਕੁਝ ਕਮਾਇਆ, ਬਹੁਤ ਕੁਝ ਖੱਟਿਆ। ਸਭ ਤੋਂ ਖੂਬਸੂਰਤ ਚੀਜ਼ ਇਹ ਖੱਟੀ ਹੈ ਕਿ ਪੰਜਾਬੀ ਰੰਗਮੰਚ ਆਪਣੇ ਲੋਕਾਂ ਤੋਂ ਕਦੀ ਦੂਰ ਨਹੀਂ ਗਿਆ। ਲੋਕਾਂ ਦੀ ਅਚੀਵਮੈਂਟਸ, ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ, ਲੋਕਾਂ ਦੀ ਨਿੱਤ ਦੀਆਂ ਪ੍ਰੋਬਲਮਸ ਨੂੰ ਫੇਸ ਕਰਦਾ ਹੈ ਐਂਡ ਬਲੰਟ ਰਹਿੰਦਾ ਹਮੇਸ਼ਾ। ਚਾਹੇ ਸੱਤਾ ਦੇ ਖਿਲਾਫ ਬੋਲਣਾ ਪਵੇ, ਚਾਹੇ ਕਿਸੇ ਇਹੋ ਜਿਹੀ ਗਲੀ ਸੜੀ ਜਿਹੜੀ ਰਵਾਇਤ ਹੈ ਉਹਦੇ ਖਿਲਾਫ ਬੋਲਣਾ ਪਵੇ, ਪੰਜਾਬੀ ਰੰਗਮੰਚ ਤਿੱਖਾ ਹੈ, ਤਿੱਖਾ ਹੀ ਰਹੂਗਾ। ਤੇ ਇਹਦਾ ਇੱਕ ਕੈਰੈਕਟਰ ਹੈ, ਜਿਸ ਤਰ੍ਹਾਂ ਇਹਨੇ ਆਪਣਾ ਤਿੱਖਾਪਣ ਛੱਡਤਾ ਮੈਨੂੰ ਉਹਦਾ ਪੰਜਾਬੀ ਰੰਗਮੰਚ ਨਹੀਂ ਰਹੂਗਾ। ਤੇ ਮੈਂ ਹਮੇਸ਼ਾ, ਮੈਨੂੰ ਕਹਿੰਦੇ ਨੇ ਸਾਹਬ ਬਹੁਤ ਤਿੱਖਾ, ਤੇ ਮੈਂ ਤਿੱਖਾ ਹੀ ਰਹੂੰਗਾ। ਨਵਜੋਤ ਕੌਰ ਢਿੱਲੋਂ ਜੀ ਸਾਡੇ ਨਾਲ ਨੇ, ਕੈਨੇਡਾ ਤੋਂ ਆਏ ਨੇ ਔਰ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਮੈਮ ਅਸੀਂ ਪੰਜਾਬ ਦਾ ਰੰਗਮੰਚ ਹਮੇਸ਼ਾ ਦੇਖਿਆ। ਮੈਂ ਸਰ ਦੇ ਨਾਲ ਵੀ ਗੱਲ ਕੀਤੀ ਪੰਜਾਬ ਦੇ ਬਾਰੇ। ਵਿਦੇਸ਼ਾਂ ਦੇ ਵਿੱਚ, ਕੈਨੇਡਾ 'ਚ ਖਾਸ ਤੌਰ ਤੇ ਮਿਨੀ ਪੰਜਾਬ ਵੀ ਵੈਨਕੂਵਰ ਨੂੰ ਕਿਹਾ ਜਾਂਦਾ ਹੈ, ਵਿਦੇਸ਼ਾਂ ਦੇ ਵਿੱਚ ਪੰਜਾਬੀ ਰੰਗਮੰਚ ਨੂੰ ਕਿੱਥੇ ਵੇਖਦੇ ਹੋ? ਮੈਂ ਪੂਰਾ 1 ਸਾਲ ਪਹਿਲਾਂ ਨੂੰ ਯਾਦ ਕਰ ਰਹੀ ਹਾਂ। ਡਾਕਟਰ ਸਾਹਿਬ ਸਿੰਘ ਮੇਰੇ ਨਾਲ ਸਨ ਟੈਲੀਫੋਨ ਲਾਈਨ ਤੋਂ। ਮੈਂ ਪੰਜਾਬੀ ਰੰਗਮੰਚ ਬਾਰੇ ਹੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਵਿਸ਼ਵ ਰੰਗਮੰਚ ਦਿਵਸ ਦੇ ਮੌਕੇ 'ਤੇ। ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਕਿ ਪੂਰੇ 1 ਸਾਲ ਬਾਅਦ ਸਾਡੀ ਜਿਹੜੀ ਗੱਲਬਾਤ ਹੋਈ ਸੀ, ਅੱਜ ਅਸੀਂ ਰੂਬਰੂ ਇੱਕ ਦੂਸਰੇ ਦੇ ਖੜ੍ਹੇ ਹਾਂ, ਅਸੀਂ ਗੱਲਬਾਤ ਕਰ ਰਹੇ ਹਾਂ। ਮੇਰੇ ਲਈ ਇਹ ਇੱਕ ਆਪਣੇ ਆਪ 'ਚ ਵੱਡੀ ਅਚੀਵਮੈਂਟ ਹੈ। ਮੈਂ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਥੀਏਟਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕਿਹੋ ਜਿਹੇ ਵਿਸ਼ੇ ਜਿਹੜੇ ਛੂਹੇ ਜਾ ਰਹੇ ਹੈਗੇ ਆ, ਕਿਸ ਤਰ੍ਹਾਂ ਦਾ ਥੀਏਟਰ ਹੋ ਰਿਹਾ ਹੈ। ਤਕਰੀਬਨ ਪਿਛਲਾ 1 ਸਾਲ ਮੈਂ ਖਾਸ ਕਰਕੇ ਵਾਚ ਕੀਤਾ ਜਦੋਂ ਇਹਨਾਂ ਦੇ ਡਾਕਟਰ ਸਾਹਿਬ ਸਿੰਘ ਦੇ ਹੀ ਕੁਝ ਨਾਟਕ ਮੈਂ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ
ਤੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਮੈਨੂੰ ਉਸ ਵੇਲੇ ਜ਼ਿਆਦਾ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਵੀ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਪਾਵਰ ਹੈ ਇਸ ਕਲਾ ਦੇ ਵਿੱਚ। ਤੇ ਜਦੋਂ ਇੱਥੇ ਤਬਦੀਲੀ ਆਈ ਹੈ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਵੀ ਮੈਂ ਇਸ ਗੱਲ ਨੂੰ ਹਮੇਸ਼ਾ ਮਹਿਸੂਸ ਕੀਤਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਦਾ ਜਾਂ ਚੇਂਜ ਦਾ ਜਿਹੜਾ ਜਜ਼ਬਾ ਭਰਨ ਦਾ ਇੱਕ ਕੰਮ ਇਸ ਥੀਏਟਰ ਨੇ ਵੀ ਕੀਤਾ। ਰਹੀ ਗੱਲ ਵਿਦੇਸ਼ਾਂ ਦੇ ਵਿੱਚ ਪੰਜਾਬੀ ਰੰਗਮੰਚ ਦੀ, ਉੱਥੇ ਜਿਹੜੇ ਇਸ ਚੀਜ਼ ਦੇ ਨਾਲ ਇਸ ਕਲਾ ਦੇ ਨਾਲ ਜੁੜੇ ਹੋਏ ਆ ਲਗਾਤਾਰ ਐਕਟੀਵਿਟੀਜ਼ ਉਹ ਕਰਦੇ ਰਹਿੰਦੇ ਆ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਪੰਜਾਬ ਦੇ ਵਿੱਚੋਂ ਰੰਗਮੰਚ ਦੇ ਜਿਹੜੇ ਕਲਾਕਾਰ ਆ ਉਹ ਉੱਠ ਕੇ ਵਿਦੇਸ਼ਾਂ ਤੱਕ ਜਾ ਰਹੇ ਆ। ਇੱਥੇ ਦੇ ਜਿਹੜੇ ਇਸ਼ੂਜ਼ ਆ ਉਸ ਹਿਸਾਬ ਦੇ ਨਾਲ ਛੂ ਰਹੇ ਆ, ਉਹਨਾਂ ਨੂੰ ਪ੍ਰੋਜੈਕਟ ਕਰ ਰਹੇ ਆ। ਜ਼ਿਆਦਾ ਅੰਡਰਸਟੈਂਡਿੰਗ ਸਾਨੂੰ ਇਸ ਗੱਲ ਦੀ ਹੋਣੀ ਸ਼ੁਰੂ ਹੋ ਗਈ ਹੈ ਕਿ ਇਹ ਇੱਥੇ ਬੈਠੇ ਜਿਹੜੇ ਇਸ਼ੂਜ਼ ਨੇ ਲੋਕਾਂ ਦੇ ਕਿਹੋ ਜਿਹੇ ਨੇ, ਕਿਸ ਨਜ਼ਰੀਏ ਤੋਂ ਅਸੀਂ ਦੇਖ ਸਕਦੇ ਹਾਂ। ਪੰਜਾਬੀ ਰੰਗਮੰਚ ਮੈਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਜੇ ਮੈਂ ਅਵੇਅਰ ਹੋ ਰਹੀ ਹਾਂ, ਮੈਨੂੰ ਜ਼ਿਆਦਾ ਇਹਦੇ ਬਾਰੇ ਪਤਾ ਲੱਗ ਰਿਹਾ, ਮੈਨੂੰ ਲੱਗਦਾ ਹੋਰ ਜ਼ਿਆਦਾ ਪਤਾ ਲਾਏ ਜਾਣ ਦੀ ਜ਼ਰੂਰਤ ਹੈ, ਗੱਲ ਕਰਨੀ ਚਾਹੀਦੀ ਇਹਦੇ ਬਾਰੇ। ਬਿਲਕੁਲ ਮੈਮ, ਇੱਕ ਨਾ ਧਾਰਨਾ ਰਹੀ ਹੈ ਕਿ ਰੰਗਮੰਚ ਨੂੰ ਕਦੇ ਵੀ ਕਿਸੇ ਮਾਈਕ ਦੀ ਜ਼ਰੂਰਤ ਨਹੀਂ ਹੁੰਦੀ। ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਤੁਸੀਂ ਬਿਨਾਂ ਮਾਈਕ ਤੋਂ ਲੋਕਾਂ ਤੱਕ ਜਿਹੜੇ ਲੋਕ ਮੁੱਦੇ ਨੇ, ਲੋਕ ਮਸਲੇ ਨੇ, ਉਹ ਰੱਖ ਸਕਦੇ ਹੋ। ਔਰ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ, ਸਰ ਨੇ ਵੀ ਜ਼ਿਕਰ ਕੀਤਾ ਕਿ ਲੋਕ ਮਸਲਿਆਂ ਦੀ ਆਵਾਜ਼ ਰੰਗਮੰਚ ਵਿੱਚ ਬਹੁਤ ਸਾਰੇ ਨਾਟਕ ਮੈਂ ਵੀ ਵੇਖੇ ਨੇ ਜਿਸ ਦੇ ਵਿੱਚ ਕੁਰੀਤੀਆਂ, ਪੰਜਾਬ ਦੇ ਰੀਤੀ ਰਿਵਾਜ ਜਾਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਗਈ। ਔਰ ਕੀ ਲੱਗਦਾ ਹੈ ਕਿ ਬਿਨਾਂ ਮਾਈਕ ਤੋਂ ਸਫਲਤਾਪੂਰਵਕ ਇਹ ਆਵਾਜ਼ ਅੱਜ ਦੇ ਯੂਥ ਤੱਕ ਵੀ ਪਹੁੰਚ ਰਹੀ ਹੈ? ਬਿਲਕੁਲ ਆਵਾਜ਼ ਪਹੁੰਚਦੀ ਹੈ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਦਰਸ਼ਕ ਸਾਹਮਣੇ ਬੈਠਾ ਹੈ। ਬੜੀ ਵਾਰੀ ਕਲਾਕਾਰਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ, ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਜਦੋਂ ਦਰਸ਼ਕਾਂ ਦੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਹਾਂ, ਸੁਨੇਹਾ ਦੇ ਰਹੇ ਹਾਂ, ਸਾਨੂੰ ਉਸ ਵੇਲੇ ਮਹਿਸੂਸ ਹੋ ਰਿਹਾ ਹੁੰਦਾ ਕਿ ਵੀ ਇਹ ਸੁਨੇਹਾ ਕਿੱਥੇ ਤੱਕ ਪਹੁੰਚ ਰਿਹਾ। ਉਹ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਅਥਰੂ ਜਾਂ ਉਹਨਾਂ ਦੀਆਂ ਮੂੰਹੋਂ ਆਵਾਜ਼ਾਂ ਨਿਕਲ ਰਹੀਆਂ ਜਾਂ ਉਹਨਾਂ ਦੇ ਐਕਸਪ੍ਰੈਸ਼ਨ ਆ ਉਹ ਨਾਲੋਂ ਨਾਲ ਆਰਟਿਸਟ ਤੱਕ ਪਹੁੰਚਦੇ ਹੈਗੇ ਆ। ਮੈਨੂੰ ਲੱਗਦਾ ਆਵਾਜ਼ ਉਹਨਾਂ ਤੱਕ ਪਹੁੰਚਦੀ, ਉਹਨਾਂ ਦੇ ਦਿਲ ਤੱਕ ਪਹੁੰਚਦੀ ਹੈ ਤਾਂ ਹੀ ਇਹ ਪੋਸੀਬਲ ਹੁੰਦਾ। ਇੱਕ ਦੋ ਗੱਲਾਂ ਮੈਂ ਹੋਰ ਕਰਨੀਆਂ ਚਾਹੁੰਦੀ ਹਾਂ ਕਿ ਵੀ ਮੈਂ ਜੇ ਪੰਜਾਬੀ ਰੰਗਮੰਚ ਦੀ ਗੱਲ ਕਰਾਂ, ਮੈਂ ਡਾਕਟਰ ਸਾਹਿਬ ਸਿੰਘ ਨਾਲ ਵੀ ਜ਼ਿਕਰ ਕੀਤਾ, ਮੈਂ ਕੁਝ ਦਿਨ ਪਹਿਲਾਂ ਲਿਖਿਆ ਵੀ ਸੀ। ਮੈਂ ਕੁਝ ਪੜ੍ਹਨਾ ਸ਼ੁਰੂ ਕੀਤਾ ਹੁਣ ਇਹ ਜਿਹੜੀਆਂ ਰੰਗਮੰਚ ਦੀਆਂ ਗਤੀਵਿਧੀਆਂ, ਇਸ ਤੋਂ ਇਲਾਵਾ ਜਿਹੜੇ ਨਾਟਕ ਲਿਖੇ ਗਏ ਆ, ਖਾਸ ਕਰਕੇ ਸਬਰਾਜ ਵੀਰ ਉਹਨਾਂ ਦੇ ਜਿਹੜੇ ਲਿਖੇ ਹੋਏ ਨਾਟਕ ਆ, ਮੈਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਮੈਨੂੰ ਬੜਾ ਇਸ ਗੱਲ ਦਾ ਇੱਕ ਵੱਖਰਾ ਜਿਹਾ ਅਹਿਸਾਸ ਹੋਇਆ ਕਿ ਵੀ ਇਹ ਇੱਕ ਇਹੋ ਜਿਹਾ ਫੀਲਡ ਹੈ, ਇੱਕ ਇਹੋ ਜਿਹਾ ਜੌਨਰ ਹੈ ਸਾਡੇ ਸਾਹਿਤ ਦੇ ਵਿੱਚ, ਸ਼ਾਇਦ ਅਸੀਂ ਬਹੁਤੀ ਤਵੱਜੋ ਨਹੀਂ ਦਿੱਤੀ। ਨਾਟਕ ਨਾ ਸਿਰਫ ਦੇਖਣਾ, ਪੜ੍ਹਨਾ ਵੀ ਬਹੁਤ ਖੂਬਸੂਰਤ ਹੈ। ਓਕੇ, ਸੋ ਰੰਗਮੰਚ ਦੀਆਂ ਸ਼ਖਸੀਅਤਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਸਾਡੇ ਨਾਲ ਰਤਨ ਸਿੰਘ ਔਲਖ ਮੌਜੂਦ ਨੇ ਜਿਹੜੇ ਕਿ ਪੰਜਾਬੀ ਅਦਾਕਾਰ ਦਾਰਾ ਸਿੰਘ ਦੇ ਪਰਿਵਾਰ ਤੋਂ ਵੀ ਸੰਬੰਧ ਰੱਖਦੇ ਨੇ, ਪੰਜਾਬੀ ਫਿਲਮ ਖੇਤਰ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ ਔਰ ਪੰਜਾਬੀ ਰੰਗਮੰਚ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਉਹਦੇ ਨਾਲ ਗੱਲਬਾਤ ਕਰਾਂਗੇ। ਸਰ, ਕੀ ਮਾਇਨੇ ਨੇ ਪੰਜਾਬੀ ਰੰਗਮੰਚ ਦੇ ਸਾਡੇ ਲਈ, ਕਿਉਂਕਿ ਅਸੀਂ ਸਾਰੇ ਪੰਜਾਬੀ ਰੰਗਮੰਚ ਦਿਵਸ ਮਨਾ ਰਹੇ ਹਾਂ, ਔਰ ਇਹਦੇ ਮਾਇਨੇ ਸਾਡੇ ਲਈ ਕੀ ਨੇ ਤੇ ਕੀ ਹੋਣੇ ਚਾਹੀਦੇ ਨੇ? ਰੰਗਮੰਚ, ਜਿੱਦਾਂ ਸਾਹਿਬ ਸਿੰਘ ਜੀ ਨੇ ਤੁਹਾਨੂੰ ਹੁਣੇ ਦੱਸਿਆ ਕਿ ਸਮਾਜ ਦੇ ਉੱਤੇ ਬੋਲਣ ਲਈ ਇੱਕ ਤਿੱਖੇ ਲਫ਼ਜ਼ਾਂ ਦਾ ਔਰ ਸਪੈਸ਼ਲੀ ਸਰਕਾਰੀ ਹੁਕੂਮਤ ਚਾਹੇ ਉਹ ਕਿਸੇ ਵੀ ਵਕਤ ਦੀ ਹੋਵੇ, ਉਹਦੇ ਆਪੋਜ਼ਿਟ ਬੋਲਣ ਲਈ ਸਭ ਤੋਂ ਵੱਡਾ ਹੌਸਲਾ ਜਿਹੜਾ ਕਰਦਾ ਉਹ ਰੰਗਮੰਚ ਕਰਦਾ। ਔਰ ਇਹ ਜਿੱਦਾਂ ਇਹਨਾਂ ਨੇ ਦੱਸਿਆ ਕਿ 100 ਸਾਲ, ਪਰ ਮੈਂ ਮੰਨਦਾ ਕਿ 100 ਸਾਲ ਜਿਹੜਾ ਇਹ ਮਾਡਰਨ ਰੰਗਮੰਚ ਨੂੰ ਸ਼ੁਰੂ ਹੋਇਆ ਬਿਕੋਜ਼ ਸਦੀਆਂ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਰਿਹਾ। ਲੇਕਿਨ ਜਿਹੜੀ ਸਾਡੇ ਸਿੱਖ ਹਿਸਟਰੀ 'ਚ ਸਭ ਤੋਂ ਵੱਡੀ ਐਗਜ਼ਾਮਪਲ ਮਿਲਦੀ ਆ, ਇਹ ਮਿਲਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਦੇ ਕੋਲ ਆ ਕੇ ਮਰਾਸੀਆਂ ਨੇ ਪਹਿਲਾ ਰੰਗਮੰਚ ਕੀਤਾ। ਜਦੋਂ ਜਿਹੜੇ ਲੋਕੀ ਕਹਿੰਦੇ ਆ ਕਿ ਨਾਟਕ ਚੇਟਕ ਮਨਾਂ ਨੂੰ ਕਹਿੰਦੇ ਆ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਦੇਖ ਕੇ ਜਿਹੜੇ ਮਸੰਦ ਸਾੜੇ ਗਏ ਸੀਗੇ, ਉਹ ਇਸ ਕਰਕੇ ਸਾੜੇ ਗਏ ਸੀ ਕਿ ਮਰਾਸੀਆਂ ਨੇ ਆ ਕੇ ਸਮਾਜ ਦੀ ਸੱਚਾਈ ਦੱਸੀ ਕਿ ਜਿਹੜੇ ਤੁਹਾਡੇ ਮਸੰਦ ਨੇ ਉਹ ਲੋਕਾਂ ਕੋਲੋਂ ਤੁਹਾਡੇ ਨਾਂ 'ਤੇ ਪੈਸੇ ਇਕੱਠੇ ਕਰਕੇ ਆਪ ਖਾ ਜਾਂਦੇ ਆ। ਅੱਜ ਵੀ ਮਸੰਦ ਹੈਗੇ ਨੇ ਬਹੁਤ, ਅੱਜ ਵੀ ਉਹ ਕੰਮ ਹੋ ਰਿਹਾ। ਲੇਕਿਨ ਇਹ ਉਹ ਜ਼ਮਾਨਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੱਚਾਈ ਉਹਨਾਂ ਦੇ ਸਾਹਮਣੇ ਇੱਕ ਨਾਟਕਕਾਰ ਨੇ ਦੱਸੀ। ਸੋ ਉਹ ਜਿਹੜੇ ਸਾਨੂੰ ਮਰਾਸੀ ਕਹਿੰਦੇ ਆ, ਉਹਨਾਂ ਨੂੰ ਵਧੀਆ ਕੋਈ ਨਾਟਕਕਾਰ, ਉਹਨਾਂ ਤੋਂ ਵਧੀਆ ਕੋਈ ਰੰਗਮੰਚ ਅਭਿਨੇਤਾ ਨਹੀਂ ਹੁੰਦਾ। ਮੈਂ ਉਹਨਾਂ ਨੂੰ ਬਹੁਤ ਇੱਜ਼ਤ ਕਰਦਾ। ਮੈਂ ਬੰਬੇ ਦੇ ਵਿੱਚ ਥੋੜ੍ਹਾ ਜਿਹਾ ਇੰਗਲਿਸ਼ ਪਲੇ ਵੀ ਕੀਤੇ, ਪਰ ਰੰਗਮੰਚ ਨੂੰ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਆਡੀਅנס ਦੀ, ਅਤੇ ਮੈਂ ਰੰਗਮੰਚ ਦਾ ਬਹੁਤ ਅੱਛਾ ਆਡੀਅנס ਦਾ ਹਿੱਸਾ ਹਾਂ। ਮੈਂ ਬਹੁਤ ਪਲੇਸ ਦੇਖਦਾ ਹਾਂ ਔਰ ਮੈਂ ਉਹਨਾਂ ਲੋਕਾਂ ਦੀ ਬਹੁਤ ਕਦਰ ਕਰਦਾ ਹਾਂ ਜਿਹੜੇ ਸਰਕਾਰੀ ਰੰਗਮੰਚ ਨਹੀਂ ਕਰਦੇ, ਜਿਹੜੇ ਹਿੰਮਤ ਕਰਦੇ ਆ, ਸਮਾਜ ਦਾ ਰੰਗਮੰਚ ਕਰਦੇ ਆ। ਇਸੇ ਕਰਕੇ ਮੈਂ ਸਾਹਿਬ ਸਿੰਘ ਜੀ ਨੂੰ ਬਹੁਤ ਇੱਜ਼ਤ ਕਰਦਾ ਹਾਂ ਔਰ ਇਹ ਜਾਣਦੇ ਆ ਫੇਸਬੁੱਕ 'ਤੇ ਮੇਰੇ 2-3 ਹੀ ਰੰਗ ਕਰਮੀ ਆ ਜਿਹੜੇ ਮੇਰੇ ਸ਼ੇਅਰ ਜਿਹਦੇ ਨਾਲ ਮੈਂ ਕਰਦਾ ਹਾਂ। ਹੀ ਇਜ਼ ਵਨ ਆਫ ਦੈਮ। ਔਰ ਮੈਂ ਰੰਗਮੰਚ ਦੇ ਲਈ
ਅੱਜ ਦੇ ਦਿਨ ਦੇ ਲਈ ਰੰਗਮੰਚ ਦੇ ਹਰ ਕਲਾਕਾਰ ਨੂੰ, ਰੰਗਮੰਚ ਦੇ ਹਰ ਆਡੀਅנס ਦੇ ਮੈਂਬਰ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸੋ ਡਾਕਟਰ ਸਾਹਿਬ, ਇੱਕ ਸਵਾਲ ਮੈਂ ਤੁਹਾਡੇ ਤੋਂ ਲਾਸਟ ਲੈਣਾ ਚਾਹੂੰਗੀ ਕਿ ਭਾਸ਼ਾ, ਪੰਜਾਬੀ ਭਾਸ਼ਾ ਦੇ ਨਾਲ ਵਿਤਕਰੇ ਦੀ ਗੱਲ ਸਾਡੇ ਸਾਹਿਤਕਾਰ ਕਰਦੇ ਆਏ ਨੇ। ਜਦੋਂ ਸਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਤੇ ਪੰਜਾਬੀ ਅੱਖੋਂ ਪਰੋਖੇ ਕੀਤੀ ਜਾਂਦੀ ਹੈ, ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਭਾਸ਼ਾ ਨੂੰ ਲਾਂਭੇ ਕਰ ਦਿੱਤਾ ਗਿਆ। ਤੇ ਸਾਡੀ ਪੰਜਾਬੀ ਰੰਗਮੰਚ ਦੀ ਜੇ ਮੈਂ ਗੱਲ ਕਰਾਂ, ਉੱਥੇ ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਵੱਡਾ ਰੁਤਬਾ ਮਿਲਿਆ ਜਾਂ ਕਿਤੇ ਕਦੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੋਵੇ? ਦੇਖੋ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਕਿ ਜਿਸ ਖਿੱਤੇ ਵਿੱਚ ਰਹਿੰਦੇ ਹਾਂ ਉੱਥੋਂ ਦੀ, ਕਿਉਂਕਿ ਅਸੀਂ ਉੱਥੋਂ ਦੀ ਜ਼ਿੰਦਗੀ ਪੇਸ਼ ਕਰਨੀ, ਉੱਥੋਂ ਦੀਆਂ ਕਹਾਣੀਆਂ, ਉੱਥੋਂ ਦੀ ਪਾਤਰ ਪੇਸ਼ ਕਰ ਰਹੇ ਹਾਂ, ਤੇ ਉਹਨਾਂ ਦੀ ਉਸ ਭਾਸ਼ਾ ਵਿੱਚ ਹੀ ਹੋਣੀ ਚਾਹੀਦੀ ਜਿਸ ਭਾਸ਼ਾ ਵਿੱਚ ਉਹ ਜਿਉ ਰਹੇ ਆ, ਬੋਲ ਰਹੇ ਆ, ਆਪਣੇ ਵਿਚਾਰ ਦੱਸ ਸਕਦੇ। ਕਿਉਂਕਿ ਰੰਗਮੰਚ ਨੇ ਲੋਕਾਂ ਦੀਆਂ ਭਾਵਨਾਵਾਂ ਪੇਸ਼ ਕਰਨੀਆਂ ਹੁੰਦੀਆਂ, ਉਹ ਓਪਰੀ ਭਾਸ਼ਾ ਵਿੱਚ ਨਹੀਂ ਹੋ ਸਕਦੀਆਂ। ਅਸੀਂ ਚਾਹੇ ਪੰਜਾਬ ਤੋਂ ਬਾਹਰ ਜਾ ਕੇ ਵੀ ਥੀਏਟਰ ਕਰਦੇ ਹਾਂ, ਚਾਹੇ ਦਿੱਲੀ ਕਰੀਏ, ਚਾਹੇ ਇੰਗਲੈਂਡ ਜਾ ਕੇ ਮੈਂ ਕਰਕੇ ਆਇਆ, ਕੈਨੇਡਾ ਜਾ ਕੇ ਕਰਾਂਗੇ, ਜਾਂ ਕਿਸੇ ਹੋਰ, ਭਾਸ਼ਾ ਉਹੀ ਰਹੇਗੀ ਜਿਹੜੀ ਲੋਕਾਂ ਦੀ ਹੈ। ਪਰ ਜਿਹੜੀ ਰੰਗਮੰਚ ਦੀ ਭਾਸ਼ਾ ਹੁੰਦੀ ਨਾ, ਉਹ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਨਹੀਂ ਹੁੰਦੀ। ਰੰਗਮੰਚ ਦੀ ਇੱਕ ਆਪਣੀ ਭਾਸ਼ਾ ਹੁੰਦੀ ਹੈ, ਇੱਕ ਵਿਜ਼ੂਅਲ ਭਾਸ਼ਾ ਵੀ ਹੁੰਦੀ ਹੈ ਵਰਬਲ ਦੇ ਨਾਲ, ਜਿਹਦੇ ਰਾਹੀਂ ਜੇ ਕੋਈ ਸ਼ਬਦ ਤੁਸੀਂ ਇਹੋ ਜਿਹਾ ਵੀ ਬੋਲਦੇ ਹੋ ਜਿਹੜਾ ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਪੂਰਾ ਵਾਕ ਸੁਣ ਕੇ ਜਾਂ ਰੰਗਮੰਚ ਦੇ ਅਦਾਕਾਰ ਦੀ ਅਦਾਕਾਰੀ ਦੇਖ ਕੇ, ਉਹਦੀ ਅਦਾਇਗੀ ਦੇਖ ਕੇ ਉਹਨਾਂ ਨੂੰ ਸਮਝ ਆ ਜਾਂਦਾ, ਜਾਂ ਉਹਨਾਂ ਦੀ ਵੋਕੈਬਲਰੀ ਵਿੱਚ ਵਾਧਾ ਹੁੰਦਾ ਕਿ ਸਾਨੂੰ ਇਹ ਲਫ਼ਜ਼ ਜਿਹੜਾ ਹੈਗਾ ਸਾਨੂੰ ਸਮਝ ਆ ਗਿਆ। ਜਿੱਥੋਂ ਤੱਕ ਭਾਸ਼ਾ ਨੂੰ ਨੈਗਲੈਕਟ ਕਰਨ ਵਾਲੀ ਗੱਲ ਹੈ ਜਾਂ ਭਾਸ਼ਾ ਦੇ ਨਾਲ ਬੇਰੁਖੀ ਵਾਲੀ ਗੱਲ ਹੈ, ਉਹ ਸੱਤਾ ਕਰਦੀ ਹੈ ਹਮੇਸ਼ਾ। ਜਿਹੜੇ ਆਮ ਲੋਕ ਨੇ ਉਹ ਨਹੀਂ ਕਰਦੇ, ਕਲਾਕਾਰ ਵੀ ਨਹੀਂ ਕਰਦੇ। ਜਿਹੜੇ ਆਮ ਲੋਕਾਂ ਨੂੰ ਕਰਨੀ ਪੈਂਦੀ ਹੈ ਬੇਰੁਖੀ, ਜਿਹਦਾ ਆਮ ਤੌਰ 'ਤੇ ਸਵਾਲ ਉੱਠਦਾ, ਉਹਦਾ ਰੀਜ਼ਨ ਇਹ ਹੈ ਕਿ ਸਾਡੇ ਸਿਸਟਮ ਨੇ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਨ ਦਿੱਤਾ। ਜਦੋਂ ਰੁਜ਼ਗਾਰ ਦੀ ਭਾਸ਼ਾ ਨਹੀਂ ਬਣੇਗੀ, ਹਰ ਮਾਂ-ਬਾਪ ਸੋਚਦਾ ਕਿ ਮੇਰਾ ਬੱਚਾ, ਮੇਰੀ ਧੀ ਪੰਜਾਬੀ ਪੜ੍ਹ ਤਾਂ ਲਊਗੀ, ਨੌਕਰੀ ਕਿੱਦਾਂ ਕਰੂਗੀ? ਉਹਦੇ ਲਈ ਇਹਨੂੰ ਇੰਗਲਿਸ਼ ਪੜ੍ਹਨੀ ਪੈਣੀ ਹੈ, ਉਹਦੇ ਲਈ ਇਹਨੂੰ ਹਿੰਦੀ ਪੜ੍ਹਨੀ ਪੈਣੀ ਹੈ। ਸੋ ਪੰਜਾਬੀ ਭਾਸ਼ਾ ਨੂੰ ਜਿਹੜੇ ਸਰਕਾਰਾਂ 'ਚ ਬੈਠੇ ਨੇ ਲੋਕਾਂ ਨੂੰ, ਉਹਨਾਂ ਨੂੰ ਸਭ ਤੋਂ ਜ਼ਰੂਰੀ ਹੈ ਕਿ ਇਹਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ। ਅੱਜ ਅਸੀਂ ਡਾਕਟਰ ਕੋਲ ਜਾਂਦੇ ਹਾਂ, ਉਹ ਇਹੋ ਜਿਹੀ ਭਾਸ਼ਾ ਬੋਲਦਾ, ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਬਿਮਾਰੀ ਕਿਹੜੀ ਹੋਈ ਹੈ, ਉਹ ਚੁੱਪ-ਚਾਪ ਅੱਖਾਂ ਮੀਟ ਕੇ ਆ ਜਾਂਦਾ। ਵਕੀਲ ਕੋਲ ਜਾਂਦੇ ਹਾਂ, ਵਕੀਲ ਐਸੀ ਭਾਸ਼ਾ ਬੋਲਦਾ ਕਿ ਜਿਹੜਾ ਹੁੰਦਾ, ਜਿਹਦਾ ਕੇਸ ਹੁੰਦਾ, ਉਹਨੂੰ ਸਮਝ ਨਹੀਂ ਆਉਂਦੀ, ਤਾਂ ਚੁੱਪ-ਚਾਪ ਵੱਡੀ ਫੀਸ ਦੇ ਦਿੰਦਾ ਕਿ ਪਤਾ ਨਹੀਂ ਕਿੱਡਾ ਵੱਡਾ ਕੇਸ ਹੋਇਆ। ਜੇ ਉਹਦੀ ਭਾਸ਼ਾ 'ਚ ਉਹਨੂੰ ਸਮਝਾਉਣ ਤਾਂ ਉਹਨੂੰ ਸਮਝ ਆ ਜਾਵੇ। ਇਸ ਤਰ੍ਹਾਂ ਹਰ ਜਗ੍ਹਾ ਹੀ ਹੋ ਰਿਹਾ। ਸੋ ਭਾਸ਼ਾ ਦੇ ਵਿੱਚ ਜੇ ਹਰ ਚੀਜ਼ਾਂ ਹੋਣ ਲੱਗ ਪੈਣ, ਵਕਾਲਤ, ਡਾਕਟਰੀ, ਸਾਡੇ ਪੋਲੀਟੀਸ਼ੀਅਨਸ ਦੇਖ ਲਓ, ਜੋ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਤੇ ਪੰਜਾਬੀ 'ਚ ਬੋਲਦੇ, ਪੰਜਾਬੀ ਵੀ ਇੱਦਾਂ ਦੀ ਬੋਲਦੇ ਜਿਹੜੀ ਬਿਲਕੁਲ ਪਿੰਡ ਵਾਲਾ ਬੰਦਾ ਬੋਲਦਾ। ਜਿਵੇਂ ਅਸੈਂਬਲੀ ਜਾਂਦੇ ਆ ਫਿਰ ਇੰਗਲਿਸ਼ 'ਚ ਬੋਲਣ ਲੱਗ ਪੈਂਦੇ ਆ। ਇਹਦਾ ਮਤਲਬ ਹੈ ਕਿ ਲੋਕਾਂ ਨਾਲ ਯਾਰੀ ਸਿਰਫ ਵੋਟਾਂ ਵਾਸਤੇ ਆ, ਬਾਅਦ 'ਚ ਯਾਰੀ ਕਾਰਪੋਰੇਟਸ ਨਾਲ ਹੈ, ਕਾਰਪੋਰੇਟਸ ਨਾਲ ਇੰਗਲਿਸ਼ ਚੱਲਦੀ ਹੈ, ਉੱਥੇ ਤਾਂ ਹਾਈ-ਫਾਈ ਇੰਗਲਿਸ਼ ਚੱਲਦੀ ਹੈ। ਉਹ ਯਾਰੀ 4.5 ਸਾਲ ਨਿਭਾਉਣੀ ਹੁੰਦੀ ਹੈ, 6 ਮਹੀਨੇ ਫਿਰ ਲੋਕਾਂ ਨਾਲ ਨਿਭਾਉਣੀ ਹੁੰਦੀ। ਲੇਕਿਨ ਮੈਂ ਰੰਗਮੰਚ ਦਾ ਕਲਾਕਾਰ ਤੁਹਾਡੇ ਸਾਹਮਣੇ ਖੜਾ, ਸਾਡੀ ਯਾਰੀ ਲੋਕਾਂ ਨਾਲ ਹੈ, ਲੋਕਾਂ ਨਾਲ ਸੀ ਤੇ ਲੋਕਾਂ ਨਾਲ ਹੀ ਰਹੇਗੀ। ਲੋਕਾਂ ਦੀ ਭਾਸ਼ਾ 'ਚ ਹੀ ਗੱਲ ਕਰਾਂਗੇ। ਜਿਹੜੀ ਗੱਲ ਤੁਸੀਂ ਨਵਜੋਤ ਹੋਰਾਂ ਨੂੰ ਪੁੱਛ ਰਹੇ ਸੀ ਨਾ, ਮੈਂ ਉਹਦੇ 'ਚ ਇੰਨੀ ਗੱਲ ਐਡ ਕਰ ਦੇਣੀ ਚਾਹੁੰਦਾ। ਤੁਸੀਂ ਕਹਿੰਦੇ ਮਾਈਕ ਤੋਂ ਬਿਨਾਂ ਤੁਸੀਂ ਬੋਲ ਸਕਦੇ ਹੋ ਕਿੱਦਾਂ? ਸਾਡੇ ਸਾਹਮਣੇ ਜੇ 1000 ਆਡੀਅנס ਬੈਠੀ ਹੈ, 1500 ਆਡੀਅנס ਬੈਠੀ ਹੈ, ਉਹਨੂੰ ਤਾਂ ਅਸੀਂ ਕਿਸੇ ਵੀ ਤਰ੍ਹਾਂ ਆਵਾਜ਼ ਪਹੁੰਚਾ ਦਾਂਗੇ। ਪਰ ਗੱਲ ਪਤਾ ਕੀ ਹੈ, ਅਸੀਂ ਸਿਰਫ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚਾਉਣੀ ਹੁੰਦੀ, ਅਸੀਂ ਆਵਾਜ਼ ਬਹੁਤ ਦੂਰ ਤੱਕ ਪਹੁੰਚਾਉਣੀ ਹੁੰਦੀ ਹੈ। ਜਿੱਥੇ ਕਿਤੇ ਉਸ ਕੁਰੀਤੀ ਦੀ ਜੜ ਬੈਠੀ ਨਾ, ਸੱਤਾ ਹੈ ਜਾਂ ਕੋਈ ਧਾਰਮਿਕ ਠੇਕੇਦਾਰ ਨੇ ਜਾਂ ਕੁਝ ਵੀ ਬੈਠੇ, ਉੱਥੇ ਤੱਕ ਪਹੁੰਚਾਉਣੀ ਹੁੰਦੀ ਹੈ। ਤੇ ਉੱਥੋਂ ਤੱਕ ਤਾਂ ਸਾਡੀ ਤਾਰ ਨਹੀਂ ਜਾ ਸਕਦੀ, ਉਹ ਤੱਕ ਸਾਡੀ ਆਵਾਜ਼ ਤੇ ਸਾਡੀਆਂ ਭਾਵਨਾਵਾਂ ਤੇ ਸਾਡੇ ਐਕਸਪ੍ਰੈਸ਼ਨ ਜਾ ਸਕਦੇ। ਇਸ ਕਰਕੇ ਮਾਈਕ ਸਾਡੇ ਲਈ ਨਥਿੰਗ, ਦੈਟ ਇਜ਼ ਸੈਕੰਡਰੀ, ਟਰਸ਼ਰੀ। ਇੰਪੋਰਟੈਂਟ ਤਾਂ ਹੈ ਕਿ ਕਿੰਨੇ ਵੇਗ ਨਾਲ, ਕਿੰਨੀ ਪੈਸ਼ਨ ਨਾਲ ਅਸੀਂ ਆਪਣੀ ਗੱਲ ਕਰਦੇ ਹਾਂ ਔਰ ਕਿੰਨੇ ਕੁ ਤਿੱਖੇ ਹੋ ਕੇ ਗੱਲ ਕਰਦੇ ਹਾਂ। ਸੋ ਵਰਲਡ ਥੀਏਟਰ ਡੇ 'ਤੇ ਜਿੰਨੇ ਵੀ ਰੰਗਮੰਚ ਦੋਸਤ ਮੇਰੀ ਗੱਲ ਸੁਣਨਗੇ, ਮੈਂ ਇਹੀ ਬੇਨਤੀ ਕਰਦਾ ਕਿ ਰੰਗਮੰਚ ਦਾ ਕਰੈਕਟਰ ਹੈ ਬਲੰਟ ਹੋਣਾ, ਤਿੱਖੇ ਹੋਣਾ, ਸਿਸਟਮ ਦੀਆਂ ਜੜ ਸਾਰੀਆਂ ਕੁਰੀਤੀਆਂ ਤੇ ਉਂਗਲ ਰੱਖਣਾ। ਇਹਨੂੰ ਤਿੱਖਾ ਹੀ ਰੱਖੋ, ਇਹ ਤਿੱਖਾ ਰਹੇਗਾ ਤੇ ਇਹਦਾ ਰੰਗਮੰਚ ਦਾ ਸਵਾਦ ਵੱਖਰਾ ਰਹੇਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਸਾਡੇ ਨਾਲ ਰੰਗਮੰਚ ਦੀਆਂ ਬਹੁਤ ਉੱਘੀਆਂ ਹਸਤੀਆਂ ਜੁੜੀਆਂ, ਵਾਕਿਆ ਹੀ ਜਿਨ੍ਹਾਂ ਨੇ ਗੱਲ ਕੀਤੀ ਕਿ ਰੰਗਮੰਚ ਦੀ ਜਿਹੜੀ ਆਵਾਜ਼ ਹੈ ਬੁਲੰਦ ਕਰਨ ਲਈ ਕਿਸੇ ਮਾਈਕ ਦੀ ਜਾਂ ਭਾਸ਼ਾ ਦੀ ਜ਼ਰੂਰਤ ਨਹੀਂ ਹੁੰਦੀ। ਕਿਰਦਾਰ ਤੇ ਆਵਾਜ਼ ਦਮਦਾਰ ਹੋਣੀ ਜ਼ਰੂਰੀ ਹੈ, ਕਿਉਂਕਿ ਸਾਰੇ ਵਰਗ ਦੇ ਲੋਕਾਂ ਦੇ ਨਾਲ ਵਿਚਰਨਾ ਹੁੰਦਾ, ਸਾਰੇ ਵਰਗ ਦੀ ਗੱਲ ਰੱਖਣੀ ਹੁੰਦੀ ਹੈ ਔਰ ਉਹਨਾਂ ਕੁਰੀਤੀਆਂ ਦੀ ਜੜ ਫੜਨੀ ਹੁੰਦੀ ਹੈ, ਜਿਨ੍ਹਾਂ ਕੁਰੀਤੀਆਂ ਦੀ ਜੜ ਫੜਨ ਦੇ ਵਿੱਚ ਸ਼ਾਇਦ ਸਮੇਂ ਦੀਆਂ ਸਰਕਾਰਾਂ ਵੀ ਅਸਫਲ ਰਹਿ ਜਾਂਦੀਆਂ ਹੋਣ। ਅਸੀਂ ਵੀ ਰੰਗਮੰਚ ਦਿਹਾੜੇ ਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸਾਰੇ ਦਰਸ਼ਕਾਂ ਨੂੰ ਵਧਾਈਆਂ ਦਿੰਦੇ ਹਾਂ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ। ਦੇਖੋ, ਮੇਰੇ ਲਈ ਤੇ ਰੰਗਮੰਚ ਹੀ ਸਭ ਕੁਝ ਹੈ। ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਦਾ ਜਾਂ ਚੇਂਜ ਦਾ ਜਿਹੜਾ ਜਜ਼ਬਾ ਭਰਨ ਦਾ ਇੱਕ ਕੰਮ ਇਸ ਥੀਏਟਰ ਨੇ ਵੀ ਕੀਤਾ। ਪੰਜਾਬੀ ਰੰਗਮੰਚ ਆਪਣੇ ਲੋਕਾਂ ਤੋਂ ਕਦੀ ਦੂਰ ਨਹੀਂ ਗਿਆ। ਸਰਕਾਰੀ ਹੁਕੂਮਤ ਚਾਹੇ ਉਹ ਕਿਸੇ ਵੀ ਵਕਤ ਦੀ ਹੋਵੇ, ਉਹਦੇ ਆਪੋਜ਼ਿਟ ਬੋਲਣ ਲਈ ਸਭ ਤੋਂ ਵੱਡਾ ਹੌਸਲਾ ਜਿਹੜਾ ਕਰਦਾ ਉਹ ਰੰਗਮੰਚ ਕਰਦਾ। ਲੋਕ ਇਹ ਕਹਿੰਦੇ ਨੇ ਕਿ ਤੂੰ ਖੁਦ ਹੀ ਰੰਗਮੰਚ ਹੋ ਗਿਆ, ਜਿਵੇਂ ਕਹਿੰਦੇ ਰਾਂਝਾ ਰਾਂਝਾ ਕਰਦੀ ਨਹੀਂ ਤੂੰ ਕਾਪੇ ਰਾਂਝਾ ਹੋਈ।